ਕੀ ਹਾਲ ਨੇ ਮੇਰੇ ਸਾਥੀਓ। ਸੋ ਉਮੀਦ ਕਰਦੇ ਹਾਂ ਕਿ ਤੁਹਾਡੀ ਪੜ੍ਹਾਈ ਵਧੀਆ ਚੱਲ ਰਹੀ ਹੋਣੀ ਆ। ਪੜ੍ਹਾਈ ਨੂੰ ਅੱਗੇ ਵਧਾਉਂਦੇ ਮੈਂ ਅੱਜ ਕੁਝ ਜੀਕੇ ਦੇ ਕੁਐਸਚਨ ਤੁਹਾਡੇ ਲਈ ਲੈ ਕੇ ਆਇਆ। ਆਓ ਆਪਾਂ ਚਰਚਾ ਕਰਦੇ ਹਾਂ। साथियों जो क्वेश्चन आया जीके का कि भारत में सबसे ऊंची पर्वत कौन सी है। भारत ਵਿੱਚ सब तो ਉੱਚੀ ਚੋਟੀ ਕਿਹੜੀ ਹੈ ਸਾਥੀਓ। ਤਾਂ ਪੌਜ਼ ਕਰਕੇ ਆਨਸਰ ਦੇਣ ਦੀ ਕੋਸ਼ਿਸ਼ ਕਰਨੀ। ਸਾਥੀਓ ਅਸੀਂ ਦੇਖਦੇ ਹਾਂ ਕਿ ਸਭ ਤੋਂ ਉੱਚੀ ਚੋਟੀ ਜਿਹੜੀ ਹੈਗੀ ਆ ਉਹ ਹੈਗੀ ਆ ਮਾਊਂਟ ਗੌਡਵਿਨ ਆਸਟਨ, ਜਿਹਨੂੰ ਮਾਊਂਟ K2 ਵੀ ਕਹਿੰਦੇ ਨੇ। ਮਾਊਂਟ ਗੌਡਵਿਨ ਆਸਟਨ ਸਾਥੀਓ ਅਸੀਂ ਦੇਖਦੇ ਹਾਂ ਕਿ ਇਹ ਜੰਮੂ ਕਸ਼ਮੀਰ ਦੇ ਵਿੱਚ ਪਾਈ ਜਾਂਦੀ ਹੈ। ਜਿਹੜਾ POK ਪਾਕਿਸਤਾਨ ਆਕੂਪਾਈਡ ਕਸ਼ਮੀਰ ਆ ਉਹਦੇ ਵਿੱਚ ਇਹ ਚੋਟੀ ਆਉਂਦੀ ਆ, ਪਰ ਅਸੀਂ ਕਹਿੰਦੇ ਕਿ POK ਸਾਡਾ ਭਾਗ ਆ ਤਾਂ ਕਰਕੇ ਅਸੀਂ ਇਹਨੂੰ ਸਭ ਤੋਂ ਉੱਚੀ ਚੋਟੀ ਮੰਨਦੇ ਹਾਂ। ਅਸਲ ਵਿੱਚ ਭਾਰਤ ਵਿੱਚ ਸਭ ਤੋਂ ਉੱਚੀ ਚੋਟੀ ਕੰਚਨਜੰਗਾ ਜੋ सिक्किम ਦੇ ਵਿੱਚ ਆਉਂਦੀ ਆ। ਅੱਗੇ ਚੱਲਦੇ ਹਾਂ। किस भारतीय राज्य की राज्यपाल बनने वाली पहली महिला कौन सी थी। तो किसी राज की राजपाल, ਤੁਹਾਨੂੰ ਪਤਾ ਕਿ ਰਾਜਪਾਲ ਪੋਸਟ ਹੁੰਦੀ ਆ। ਮੇਰਾ ਕੁਐਸਚਨ ਆ ਤੁਹਾਨੂੰ ਕਿ ਰਾਜਪਾਲ ਦਾ ਕਾਰਜਕਾਲ ਕਿੰਨੇ ਸਾਲ ਦਾ ਹੁੰਦਾ। ਤਾਂ 5 ਸਾਲ ਦਾ ਕਾਰਜਕਾਲ ਸਾਥੀਓ ਰਾਜਪਾਲ ਦਾ ਹੁੰਦਾ। ਅਸੀਂ ਦੇਖਦੇ ਹਾਂ ਕਿਹੜੀ ਸੈਂਟਰ ਗਵਰਨਮੈਂਟ ਆ ਤਾਂ ਉਹਦਾ ਕੋਈ ਉਹ ਜਿਹਨੂੰ ਮਰਜ਼ੀ ਕਹਿ ਸਕਦੀ ਹੈ ਕਿ ਤੁਸੀਂ ਰਾਜਪਾਲ ਬਣ ਜਾਓ, ਤਾਂ ਐਨੀ ਬੰਦਾ ਰਾਜਪਾਲ ਬਣ ਸਕਦਾ, ਪਰ ਸ਼ਰਤ ਆ ਕਿ ਉਮਰ ਘੱਟੋ ਘੱਟ 35 ਸਾਲ ਹੋਣੀ ਜ਼ਰੂਰੀ ਆ। ਤਾਂ ਪਹਿਲੀ ਮਹਿਲਾ ਜੋ ਰਾਜਪਾਲ ਬਣੀ ਤਾਂ ਉੱਤਰ ਆਊਗਾ ਸਰੋਜਨੀ ਨਾਇਡੂ। ਸਰੋਜਨੀ ਨਾਇਡੂ ਜੀ, ਜਿਹਨੂੰ ਭਾਰਤ ਦੀ ਕੋਇਲ ਨਾਈਟਿੰਗੇਲ ਆਫ ਇੰਡੀਆ ਵੀ ਕਹਿੰਦੇ ਨੇ। ਇਹ ਬਹੁਤ ਵਧੀਆ ਗਾਇਕ ਸੀ ਅਤੇ ਨਾਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਵੀ ਦੇ ਨਾਲ ਇਹ ਭਾਰਤੀ ਸੁਤੰਤਰਤਾ ਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ। ਅਤੇ ਜਦੋਂ ਆਜ਼ਾਦੀ ਤੋਂ ਬਾਅਦ ਸਰੋਜਨੀ ਨਾਇਡੂ ਜੀ ਨੂੰ ਰਾਜਪਾਲ ਲਾਇਆ ਗਿਆ ਯੂਪੀ ਦਾ। ਅੱਗੇ ਚੱਲਦੇ ਹਾਂ। ਕਿਸ ਹਿਮਾਲਿਆ ਚੋਟੀ ਕੋ ਸਾਗਰ ਮਾਥਾ कहते हैं। ਸਾਥੀਓ ਕਿਹੜੀ ਚੋਟੀ ਨੂੰ ਸਾਗਰ ਮਾਥਾ ਕਹਿੰਦੇ ਨੇ। ਤਾਂ ਸਾਡੇ ਵੇਦਾਂ ਦੇ ਵਿੱਚ ਮਾਊਂਟ ਐਵਰੈਸਟ ਨੂੰ ਸਾਗਰ ਮਾਥਾ ਕਿਹਾ ਗਿਆ। ਤਾਂ ਸਾਗਰ ਮਾਥਾ ਮਾਊਂਟ ਐਵਰੈਸਟ ਦਾ ਦੂਜਾ ਨਾਂ। ਮਾਊਂਟ ਐਵਰੈਸਟ ਬੰਦੇ ਨੇ ਅੰਗਰੇਜ਼ ਸੀਗਾ, ਉਹਨੇ ਇਹਨੂੰ ਮਾਪਿਆ ਸੀ, ਉਹਦੇ ਨਾਂ 'ਤੇ ਇਹਨੂੰ ਮਾਊਂਟ ਐਵਰੈਸਟ, ਪਰੰਤੂ ਉਹਦਾ ਅਸਲ ਨਾਂ ਕੀ ਹੈਗਾ ਸਾਗਰ ਮਾਥਾ। ਅਗਲਾ ਕੁਐਸਚਨ ਸਾਇੰਸ ਦਾ। ਰੇਡੀਓ ਐਕਟੀਵਿਟੀ। ਰੇਡੀਓ ਐਕਟੀਵਿਟੀ ਕੀ ਹੁੰਦਾ। ਕੁਝ ਇਹੋ ਜਿਹੇ ਤੱਤਵ ਹੁੰਦੇ ਨੇ ਜਿਹੜੇ ਆਪਣੇ ਆਪ ਆਪਣੇ ਵਿੱਚੋਂ ਅਲਫਾ ਬੀਟਾ ਅਤੇ ਗਾਮਾ ਕਿਰਨਾਂ ਛੱਡਦੇ ਰਹਿੰਦੇ ਨੇ। ਤਾਂ ਇਹ ਖੋਜ ਕਿਹਨੇ ਕੀਤੀ ਸੀ। ਤਾਂ ਸਾਥੀਓ ਅਸੀਂ ਦੇਖਦੇ ਹਾਂ ਕਿ ਵਿਗਿਆਨੀ ਸੀਗਾ ਹੈਨਰੀ ਬੈਕਰੋਲ। ਹੈਨਰੀ ਬੈਕਰੋਲ ਜੀ ਨੇ ਰੇਡੀਓ ਐਕਟੀਵਿਟੀ ਦੀ ਖੋਜ ਕੀਤੀ। 3 ਤਰ੍ਹਾਂ ਦੀਆਂ ਕਿਰਨਾਂ ਨਿਕਲਦੀਆਂ ਨੇ, ਅਲਫਾ ਬੀਟਾ ਅਤੇ ਗਾਮਾ। ਅਲਫਾ ਕਿਰਨਾਂ 'ਤੇ ਹਮੇਸ਼ਾ ਪੋਜ਼ੀਟਿਵ ਚਾਰਜ ਹੁੰਦਾ, ਬੀਟਾ ਕਿਰਨਾਂ 'ਤੇ ਹਮੇਸ਼ਾ ਨੈਗੇਟਿਵ ਅਤੇ ਗਾਮਾ ਕਿਰਨਾਂ 'ਤੇ ਕੋਈ ਚਾਰਜ ਨਹੀਂ ਹੁੰਦਾ। ਸਭ ਤੋਂ ਭਾਰੀਆਂ ਕਿਰਨਾਂ ਅਲਫਾ ਕਿਰਨਾਂ ਨੇ, ਇਦੋਂ ਮਾੜੀਆਂ ਬੀਟਾ, ਅਤੇ ਸਭ ਤੋਂ ਮਾੜੀਆਂ ਕਿਹੜੀਆਂ ਹੁੰਦੀਆਂ ਨੇ ਭਾਰ ਦੇ ਬੇਸ 'ਤੇ ਗਾਮਾ ਕਿਰਨਾਂ ਹੁੰਦੀਆਂ ਨੇ। ਅਸੀਂ ਦੇਖਦੇ ਹਾਂ ਕਿਹੜੀ ਇਹ ਜਿਹੜੀਆਂ ਉਹ 'ਚੋਂ ਕਿਰਨਾਂ ਨਿਕਲਦੀਆਂ ਨੇ ਉਹਨੂੰ ਮਾਪਣ ਦੀ ਇਕਾਈ ਕਿਊਰੀ ਆ। ਰੇਡੀਓ ਐਕਟੀਵਿਟੀ ਜਿਹੜੀ ਹੁੰਦੀ ਆ, ਰੇਡੀਓ ਕਿਰਨ ਨਿਕਲਦੀਆਂ ਨੇ ਉਹਨੂੰ ਮਾਪਣ ਦੀ ਜਿਹੜੀ ਇਕਾਈ ਆ ਉਹਨੂੰ ਕਿਊਰੀ ਕਹਿੰਦੇ ਨੇ। ਅੱਗੇ ਚੱਲਦੇ ਹਾਂ। ਏਸ ਸ਼ਬਦ ਕਿਸ ਖੇਲ ਸੇ ਸੰਬੰਧਿਤ ਹੈ। ਤਾਂ ਸਪੋਰਟਸ ਦਾ ਕੁਐਸਚਨ ਆ। ਕਿਹੜਾ ਏਸ ਸ਼ਬਦ ਆ ਉਹ ਕਿਹੜੀ ਗੇਮ ਨਾਲ ਅਟੈਚ ਆ। ਤਾਂ ਅਸੀਂ ਦੇਖਦੇ ਹਾਂ ਕਿ ਏਸ ਲੌਨ ਟੈਨਿਸ ਦੇ ਵਿੱਚ। ਲੌਨ ਟੈਨਿਸ ਗੇਮ ਟੇਬਲ ਟੈਨਿਸ ਵਾਂਗੂ ਦੈਟ ਇਜ਼ ਕਿ ਲੌਨ ਟੈਨਿਸ ਗੇਮ ਆ। ਅਤੇ ਆਪਣੀ ਬਹੁਤ ਹੀ ਤਕੜੀ ਪਲੇਅਰ ਸਾਨੀਆ ਮਿਰਜ਼ਾ, ਮਹੇਸ਼ ਭੂਪਤੀ, ਲੀਐਂਡਰ ਪੇਸ, ਇਹ ਮੁੱਖ ਨਾਮ ਨੇ ਜਿਹੜੇ ਕਿ ਲੌਨ ਟੈਨਿਸ 'ਚ ਆਉਂਦੇ ਨੇ। ਇਸ ਤੋਂ ਇਲਾਵਾ ਯਾਦ ਰੱਖਣਾ ਐਂਡੀ ਮਰੇ, ਨੋਵਾਕ ਜੋਕੋਵਿਚ, ਇਹ ਵਰਲਡ ਦੇ ਪਲੇਅਰ ਨੇ। ਤੁਹਾਡੇ ਵਾਸਤੇ ਕੁਐਸਚਨ ਆ ਕਿ ਨੋਵਾਕ ਜੋਕੋਵਿਚ ਅੱਜ ਕੱਲ੍ਹ ਕਾਫੀ ਸੁਰਖੀਆਂ 'ਚ ਰਹੇ ਨੇ, ਤਾਂ ਕਿਹੜੇ ਦੇਸ਼ ਤੋਂ ਬਿਲੋਂਗ ਕਰਦੇ ਨੇ। ਅੱਗੇ ਚੱਲਦੇ ਹਾਂ। ਚਿਕਨ ਪੌਕਸ ਛੋਟੀ ਮਾਤਾ। ਛੋਟੀ ਮਾਤਾ ਚਿਕਨ ਪੌਕਸ ਹੁੰਦੀ ਆ ਕਿਸਕੇ ਦੁਆਰਾ ਪੈਦਾ ਕੀ ਜਾਤੀ ਹੈ। ਤਾਂ ਜਿਹੜੀ ਛੋਟੀ ਮਾਤਾ ਅਸੀਂ ਦੇਖਦੇ ਹਾਂ ਇੱਕ ਵਾਇਰਸ ਹੁੰਦਾ ਵੈਰਸੇਲਾ। ਤਾਂ ਵੈਰਸੇਲਾ ਜਿਹੜਾ ਵਾਇਰਸ ਆ ਉਹ ਛੋਟੀ ਮਾਤਾ ਦਾ ਕੀ ਹੈ ਕਾਰਨ ਹੁੰਦਾ। ਉਵੇਂ ਅਸੀਂ ਦੇਖਦੇ ਹਾਂ ਕਿ ਬੜੀ ਮਾਤਾ, ਜਿਵੇਂ ਛੋਟੀ ਮਾਤਾ ਹੁੰਦੀ ਆ ਸਮੌਲ ਪੌਕਸ, ਉਵੇਂ ਦੈਟ ਇਜ਼ ਕੀ ਹੁੰਦੀ ਆ ਲਾਰਜ ਪੌਕਸ ਹੁੰਦੀ ਆ ਚੇਚਕ। ਜਿਹੜੀ ਵੱਡੀ ਮਾਤਾ ਉਹਦਾ ਕਾਰਨ ਕੀ ਆ ਤਾਂ ਅਸੀਂ ਦੇਖਦੇ ਹਾਂ ਕਿ ਉਹਦੇ ਲਈ ਹੈਗਾ ਵੈਰੀਓਲਾ ਵਾਇਰਸ। ਸਾਥੀਓ ਬਹੁਤ ਹੀ ਇੰਪੋਰਟੈਂਟ ਕੁਐਸਚਨ ਆ। ਛੋਟੀ ਮਾਤਾ ਦੇ ਲਈ ਵੈਰਸੇਲਾ ਅਤੇ ਵੱਡੀ ਮਾਤਾ ਲਈ ਵੈਰੀਓਲਾ ਵਾਇਰਸ ਹੁੰਦਾ। ਕਿਸ ਵਿਟਾमिन में कोबाल्ट पाया जाता है। बहुत बढ़िया क्वेश्चन है साइंस का।
ਕਿਹੜੇ ਵਿਟਾਮਿਨ 'ਚ ਕੋਬਾਲਟ ਪਾਇਆ ਜਾਂਦਾ? ਤਾਂ ਤੁਹਾਨੂੰ ਪਤਾ ਕਿ ਵਿਟਾਮਿਨ B12, ਇਹ 12 ਉਹਦੀ ਸਬ ਟਾਈਪ ਆ। ਵਿਟਾਮਿਨ A B C D E ਅਤੇ K ਤਰ੍ਹਾਂ ਦੇ ਹੁੰਦੇ ਨੇ। ਉਹ 'ਚੋਂ ਜਿਹੜਾ ਵਿਟਾਮਿਨ B ਅਤੇ C ਆ ਉਹ ਸਾਨੂੰ ਤਰਲ ਚੀਜ਼ਾਂ 'ਚੋਂ, ਵਿਟਾਮਿਨ A D E ਅਤੇ K ਸਾਨੂੰ ਠੋਸ ਚੀਜ਼ਾਂ 'ਚੋਂ, ਖਾਣ ਵਾਲੀ ਚੀਜ਼ਾਂ ਨੇ ਠੋਸ ਹੁੰਦੇ ਸੋਲਿਡ ਉਹਨਾਂ 'ਚੋਂ ਮਿਲਦਾ। ਅਤੇ ਕੋਬਾਲਟ ਜਿਹੜਾ ਪਾਇਆ ਜਾਂਦਾ ਵਿਟਾਮਿਨ B12 'ਚ ਪਾਇਆ ਜਾਂਦਾ। गंगा नदी को बांग्लादेश में किस नाम से जाना जाता है? साथियों, गंगा नदी ਨੂੰ ਬੰਗਲਾਦੇਸ਼ ਵਿੱਚ ਪਦਮਾ ਕਹਿੰਦੇ ਨੇ। ਤਾਂ ਬਹੁਤ ਹੀ ਵਧੀਆ ਕੁਐਸਚਨ ਹੈ ਇਹ। ਤਾਂ ਗੰਗਾ ਨਦੀ ਨੂੰ ਪਦਮਾ ਕਹਿੰਦੇ ਨੇ। ਅੱਗੇ ਜਾ ਕੇ ਗੰਗਾ ਅਤੇ ਬ੍ਰਹਮਪੁੱਤਰਾ ਮਿਲ ਜਾਂਦੀਆਂ ਨੇ। ਜਿੱਥੇ ਮਿਲ ਜਾਣਗੀਆਂ ਬੰਗਲਾਦੇਸ਼ 'ਚ, ਉਹਨਾਂ ਦੇ ਜੋੜ ਨੂੰ ਇੱਕ ਨਵੀਂ ਨਦੀ ਬਣੂ, ਉਹਨੂੰ ਕਹਿਣਗੇ ਮੇਘਨਾ। ਤਾਂ ਮੇਘਨਾ ਨਦੀ ਗੰਗਾ ਅਤੇ ਬ੍ਰਹਮਪੁੱਤਰਾ ਤੋਂ ਮਿਲ ਕੇ ਬਣਦੀ ਆ। ਇਕੱਲੀ ਗੰਗਾ ਨਦੀ ਨੂੰ ਬੰਗਲਾਦੇਸ਼ 'ਚ ਪਦਮਾ ਕਿਹਾ ਜਾਂਦਾ। गंगा अभिम अगला क्वेश्चन आ गया, गंगा ते ब्रह्मपुत्रा की जलधारा को किस नाम से जाना जाता है? तो गंगा ते जमुना, गंगा ते ब्रह्मपुत्रा वो इकट्ठियां होके की बनाउंदियां ने मेघना नदी बनाउंदियां ने। ते यही मेघना नदी दुनिया का सब तो बड़ा डेल्टा सुंदरबन डेल्टा भी बनाउंदी आ। चेचक के लिए टीके का आविष्कार किसने किया था? साथियों वधिया क्वेश्चन है। चेचक ਪਹਿਲਾਂ ਲਾਜ ਬਿਮਾਰੀ ਸੀ, ਬਹੁਤ ਜ਼ਿਆਦਾ ਮੌਤਾਂ ਹੋਈਆਂ ਚੇਚਕ ਦੇ ਰਾਹੀਂ। ਤਾਂ ਇਹਦਾ ਟੀਕਾ ਤੁਸੀਂ ਪੜ੍ਹਿਆ ਹੋਣਾ ਮੈਂ, ਐਡਵਰਡ ਜੈਨਰ। ਚੇਚਕ ਦਾ ਜਿਹੜਾ ਟੀਕਾ ਇਹਦੀ ਖੋਜ ਐਡਵਰਡ ਜੈਨਰ ਦੁਆਰਾ ਕੀਤੀ ਗਈ ਆ। 1857 के विद्रोह के समय भारत का गवर्नर जनरल कौन था? बहुत ਵਧੀਆ ਕੁਐਸਚਨ ਹੈ ਸਾਥੀਓ। 57 ਦੇ ਵਿਦਰੋਹ ਨੂੰ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਕਿਹਾ ਜਾਂਦਾ। ਇਹ ਗੱਲ 57 ਦੀ ਲੜਾਈ ਨੂੰ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਕਿਹਨੇ ਕਿਹਾ? ਤਾਂ ਸਾਡੇ BD ਸਾਵਰਕਰ ਜੀ, ਇੱਕ ਸੁਤੰਤਰਤਾ ਸੰਗਰਾਮੀ ਹੋਏ ਨੇ, ਬਹੁਤ ਵਧੀਆ। BD ਸਾਵਰਕਰ ਜੀ ਦੁਆਰਾ ਇਹਨੂੰ ਆਜ਼ਾਦੀ ਦੀ ਕੀ ਹੈ ਪਹਿਲੀ ਲੜਾਈ ਕਿਹਾ ਗਿਆ। 47 ਦੀ ਲੜਾਈ ਨੂੰ, ਜੋ 1942 'ਚ ਅੰਦੋਲਨ ਸਟਾਰਟ ਹੋਇਆ ਭਾਰਤ ਛੱਡੋ ਅੰਦੋਲਨ, 42 ਤੋਂ 47 ਜਿਹੜਾ ਇਹ 5 ਸਾਲ ਅੰਦੋਲਨ ਚੱਲਿਆ, ਗਾਂਧੀ ਜੀ ਦੁਆਰਾ ਚਲਾਇਆ ਗਿਆ ਸੀ। ਇਹਨੂੰ ਆਜ਼ਾਦੀ ਦੀ ਦੂਜੀ ਲੜਾਈ ਕਿਹਾ ਗਿਆ ਸਾਥੀਓ। ਅਸੀਂ ਦੇਖਦੇ ਹਾਂ ਕਿ 57 ਦੀ ਲੜਾਈ ਜਿਹੜੀ ਹੋਈ ਆ, ਇਹਦੇ ਸਮੇਂ ਭਾਰਤ ਦਾ ਜਿਹੜਾ ਗਵਰਨਰ ਜਨਰਲ ਸੀ ਉਹਦਾ ਨਾਂ ਸੀ ਲਾਰਡ ਕੈਨਿੰਗ। ਅਸੀਂ ਦੇਖਦੇ ਹਾਂ ਕਿ ਭਾਰਤ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਲੜਾਈ ਲੜੀ, ਪਰ ਬਾਅਦ ਦੇ ਵਿੱਚੋਂ ਅੰਗਰੇਜ਼ਾਂ ਦੁਆਰਾ ਉਹ ਜਿਹੜਾ ਵਿਦਰੋਹ ਸੀ ਉਹਨੂੰ ਦਬਾ ਦਿੱਤਾ ਗਿਆ। ਪਰ ਇਹਦਾ ਸਿੱਟਾ ਇਹ ਨਿਕਲਿਆ ਕਿ 57 ਦੀ ਲੜਾਈ ਤੋਂ ਪਹਿਲਾਂ ਸਾਡੇ ਉੱਤੇ ਈਸਟ ਇੰਡੀਆ ਕੰਪਨੀ ਰਾਜ ਕਰਦੀ ਸੀ। 1757 ਦੇ ਵਿਚਕਾਰ ਪਲਾਸੀ ਦੀ ਲੜਾਈ ਹੋਈ ਹੈ ਸਾਥੀਓ। 1757 ਤੋਂ 1857 100 ਸਾਲ ਸਾਡੇ 'ਤੇ ਈਸਟ ਇੰਡੀਆ ਕੰਪਨੀ ਰਾਜ ਕਰਦੀ ਰਹੀ ਆ। 1857 ਤੋਂ 1947 ਸਾਡੇ 'ਤੇ ਈਸਟ ਇੰਡੀਆ ਕੰਪਨੀ ਨੇ ਨਹੀਂ, ਅੰਗਰੇਜ਼ੀ ਰਾਜ ਨੇ ਸਿੱਧਾ ਰਾਜ ਕੀਤਾ। ਧਿਆਨ ਰੱਖਣਾ 1857 ਦੀ ਲੜਾਈ ਤਾਂਹੀਓ ਇੰਪੋਰਟੈਂਟ ਰੱਖਦੀ ਹੈ। ਸਾਡੇ 'ਤੇ ਕੁੱਲ 190 ਸਾਲ ਅੰਗਰੇਜ਼ਾਂ ਨੇ ਰਾਜ ਕੀਤਾ ਅਤੇ 57 ਤੋਂ ਬਾਅਦ ਸਾਡੇ 'ਤੇ ਸਿੱਧਾ ਭਾਰਤ ਬ੍ਰਿਟਿਸ਼ ਇੰਡੀਆ ਦਾ ਭਾਗ ਬਣ ਗਿਆ ਸੀ। अगला क्वेश्चन बहुत बढ़िया, वल्लभ भाई पटेल को सरदार की उपाधि किस अंदोलन के द्वारा दी गई? सरदार ਹੁੰਦਾ नेता, भी साडा नेता जी ने। ਤਾਂ वल्लभ भाई पटेल जी ਨੂੰ सरदार ਦੀ ਉਪਾਧੀ ਅਸੀਂ ਦੇਖਦੇ ਹਾਂ ਬਾਰਦੋਲੀ ਸੱਤਿਆਗ੍ਰਹਿ। ਬਾਰਦੋਲੀ ਸੱਤਿਆਗ੍ਰਹਿ ਸੀ ਕਿਸਾਨਾਂ ਦਾ ਅੰਦੋਲਨ ਸੀ, ਜਿਹਦੇ ਵਿੱਚ ਟੈਕਸ ਦੀ ਮੰਗ ਕੀਤੀ ਜਾ ਰਹੀ ਸੀ। ਸੋਕਾ ਪੈ ਜਾਂਦਾ ਵੱਡੇ ਪੱਧਰ 'ਤੇ ਅਤੇ ਟੈਕਸ ਦੀ ਮੰਗ ਕਰਦੇ ਨੇ ਕੌਣ? ਅੰਗਰੇਜ਼। ਤਾਂ ਇਹ ਅੱਗੇ ਹੋ ਕੇ ਅੰਦੋਲਨ ਚਲਾਉਂਦੇ ਨੇ ਕਿ ਜਦੋਂ ਕੋਈ ਫਸਲ ਹੀ ਨਹੀਂ ਪੈਦਾ ਹੋਈ ਤਾਂ ਅਸੀਂ ਟੈਕਸ ਕਿੱਥੋਂ ਦੇਵਾਂਗੇ। ਬਾਅਦ ਦੇ ਵਿੱਚੋਂ ਅਸੀਂ ਦੇਖਦੇ ਹਾਂ ਕਿ ਵੱਲਭ ਭਾਈ ਪਟੇਲ ਦੀ ਜਿੱਤ ਹੁੰਦੀ ਹੈ। ਖੁਸ਼ੀ ਦੇ ਵਿੱਚ ਜਿਹੜੀਆਂ ਲੇਡੀਜ਼ ਨੇ ਗੁਜਰਾਤ ਦੀਆਂ, ਉਹ ਉਹਨਾਂ ਨੂੰ ਬਾਰਦੋਲੀ ਦੈਟ ਇਜ਼ ਕਿਹਦੀ ਉਪਾਧੀ ਦਿੰਦੀਆਂ ਨੇ? ਸਰਦਾਰ ਦੀ ਉਪਾਧੀ ਦਿੰਦੀਆਂ ਨੇ। ਇਹ ਤੋਂ ਇਲਾਵਾ ਆਇਰਨ ਮੈਨ ਆਫ ਇੰਡੀਆ ਵੀ ਸਰਦਾਰ ਵੱਲਭ ਭਾਈ ਪਟੇਲ ਜੀ ਨੂੰ ਕਿਹਾ ਜਾਂਦਾ, ਕਿਉਂਕਿ ਇਹਨਾਂ ਦੁਆਰਾ ਹੀ ਜਿੰਨੇ ਰਾਜੇ ਰਜਵਾੜੇ ਸੀਗੇ, ਰਿਆਸਤਾਂ ਸੀ 47 ਤੋਂ ਬਾਅਦ, ਉਹਨਾਂ ਨੂੰ ਇਕੱਠੀਆਂ ਕਰਨ ਦਾ ਕੰਮ ਸਿਹਰਾ ਇਹਨਾਂ ਦੇ ਸਿਰ 'ਤੇ ਜਾਂਦਾ। राजा राम मोहन राय द्वारा ब्रह्मो समाज की स्थापना कब की गई? साथियों क्वेश्चन का पहले ही बन गया कि ब्रह्मो समाज की स्थापना किस द्वारा हुई है? तो ब्रह्मो समाज की स्थापना राजा राम मोहन राय जी द्वारा हुई है। क्वेश्चन है कदों हुई है? तो 1828 ਦੇ ਵਿੱਚ राजा राम मोहन राय जी द्वारा ब्रह्मो समाज की स्थापना की गई। इसका ਜਿਹੜਾ ਮੁੱਖ ਸਮਾਜ ਦਾ ਕੰਮ ਸੀਗਾ ਉਹ ਕੁੜੀਆਂ ਦੀ ਹਾਲਤ ਨੂੰ ਵਧੀਆ ਬਣਾਉਣਾ ਸੀਗਾ। ਜਿਹੜਾ ਬੰਦਾ ਬ੍ਰਹਮੋ ਸਮਾਜ ਨੂੰ ਮੰਨਦਾ ਸੀ ਉਹ ਆਪਣੀਆਂ ਕੁੜੀਆਂ ਨੂੰ ਸਤੀ ਨਹੀਂ ਸੀ ਕਰਦਾ,
ਆਪਣੀ ਕੁੜੀਆਂ ਨੂੰ ਪੜ੍ਹਾਉਂਦਾ ਸੀਗਾ ਅਤੇ ਜਾਤ ਪਾਤ 'ਤੇ ਵਿਸ਼ਵਾਸ ਨਹੀਂ ਸੀ ਕਰਦਾ। ਤਾਂ ਸਭ ਤੋਂ ਪਹਿਲਾਂ ਸਤੀ ਪ੍ਰਥਾ ਬੰਦ ਹੋਣੀ ਚਾਹੀਦੀ ਆ, ਜਾਤ ਪਾਤ ਦਾ ਭੇਦਭਾਵ ਨਹੀਂ ਹੋਣਾ ਚਾਹੀਦਾ। ਇਹਨੂੰ ਕਹਿਣ ਵਾਲੇ ਸ਼੍ਰੀ ਰਾਜਾ ਰਾਮ ਮੋਹਨ ਰਾਏ ਜੀ ਨੇ। ਤਾਂ ਕਰਕੇ ਰਾਜਾ ਰਾਮ ਮੋਹਨ ਰਾਏ ਜੀ ਨੂੰ ਫਾਦਰ ਆਫ ਮਾਡਰਨ ਇੰਡੀਆ, ਆਧੁਨਿਕ ਭਾਰਤ ਦਾ ਪਿਤਾਮਾ ਵੀ ਕਹਿੰਦੇ ਨੇ। अगला क्वेश्चन साथियों, कश्मीर का अकबर किसे कहा जाता है? ਤਾਂ ਕਿਹੜੇ ਰਾਜੇ ਨੂੰ ਕਸ਼ਮੀਰ ਦਾ ਅਕਬਰ ਕਹਿੰਦੇ ਨੇ? ਭਾਵ ਕਸ਼ਮੀਰ ਵਿੱਚ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ, ਤਾਂ ਕਰਕੇ ਉਹਨੂੰ ਕਸ਼ਮੀਰ ਦਾ ਅਕਬਰ ਕਿਹਾ ਜਾਂਦਾ। ਅਸੀਂ ਦੇਖਦੇ ਹਾਂ ਕਿ ਜੈਨੁਲ ਆਬਿਦਿਨ, ਇਹਨਾਂ ਨੂੰ ਕੀ ਕਹਿੰਦੇ ਨੇ? ਕਸ਼ਮੀਰ ਦਾ ਅਕਬਰ ਕਿਹਾ ਜਾਂਦਾ। भारत में कुल कितने उच्च न्यायालय हैं? ਉੱਚ ਨਿਆਲਿਆਂ ਭਾਵ ਹਾਈ ਕੋਰਟਸ। ਸਰਵਉੱਚ ਨਿਆਲਿਆ ਤਾਂ ਇੱਕੋ ਹੀ ਆ ਦਿੱਲੀ ਦੇ ਵਿੱਚ, ਪਰ ਜੇ ਕੁਐਸਚਨ ਹੁੰਦਾ ਕਿ ਉੱਚ ਨਿਆਲਿਆ ਹਾਈ ਕੋਰਟਸ ਦੀ ਸਾਥੀਓ ਗਿਣਤੀ ਕਿੰਨੀ ਆ, ਤਾਂ ਅਸੀਂ ਦੇਖਦੇ ਹਾਂ ਕਿ ਸਾਡੇ ਹਾਈ ਕੋਰਟਸ ਦੀ ਗਿਣਤੀ ਕੁੱਲ 25 ਆ। 25 ਹਾਈ ਕੋਰਟਸ ਭਾਰਤ ਦੇ ਵਿੱਚ ਹੈਗੀਆਂ ਨੇ। ਕੁਝ ਰਾਜਾਂ ਦੀਆਂ ਹਾਈ ਕੋਰਟਸ ਇਕੱਠੀਆਂ ਨੇ, ਜਿਵੇਂ ਕਿ ਪੰਜਾਬ ਅਤੇ ਹਰਿਆਣਾ। ਪੰਜਾਬ ਅਤੇ ਹਰਿਆਣੇ ਦੀ ਹਾਈ ਕੋਰਟ ਇੱਕੋ ਹੀ ਕੋਰਟ ਆ। ਤਾਂ ਅਸੀਂ ਉਵੇਂ ਦੇਖਦੇ ਹਾਂ ਕਿ ਜਿਵੇਂ ਜਿਹੜੇ ਕਲਕੱਤਾ ਹਾਈ ਕੋਰਟ ਆ, ਕਲਕੱਤਾ ਹਾਈ ਕੋਰਟ ਅੰਡੇਮਾਨ ਨਿਕੋਬਾਰ ਦੀਪ ਦੇ ਵੀ ਫੈਸਲੇ ਕਰਦੀ ਆ, ਵਗੈਰਾ ਵਗੈਰਾ ਕਰਕੇ ਕੁਝ ਕੁ ਨੂੰ ਇਕੱਠਾ ਕੀਤਾ ਹੋਇਆ ਅਤੇ ਕੁਝ ਕੀ ਨੇ ਇਕੱਲੀਆਂ ਨੇ। ਟੋਟਲ 25 ਹਾਈ ਕੋਰਟਸ ਸਾਡੇ ਬਣੀਆਂ ਹੋਈਆਂ ਨੇ। ਕੁਐਸਚਨ ਆਉਂਦਾ ਕਿਹੜਾ ਹਾਈ ਕੋਰਟ ਦਾ ਜੱਜ ਆ ਉਹ ਕਿੰਨੇ ਸਾਲਾਂ ਤੱਕ ਜੱਜ ਬਣ ਕੇ ਰਹਿੰਦਾ? ਤਾਂ ਹਾਈ ਕੋਰਟ ਦੇ ਜੱਜ 62 ਸਾਲ ਤੱਕ ਜੱਜ ਬਣ ਕੇ ਰਹਿੰਦੇ ਨੇ, ਜਦ ਕਿ ਸੁਪਰੀਮ ਕੋਰਟ ਦੇ ਜੱਜ 65 ਸਾਲ ਤੱਕ। ਹਾਈ ਕੋਰਟ ਜੱਜ ਹੀ ਸੁਪਰੀਮ ਕੋਰਟ ਦੇ ਜੱਜ ਬਣਦੇ ਨੇ। 62 ਸਾਲ ਤੱਕ ਹਾਈ ਕੋਰਟ ਜੱਜ ਰਹਿ ਸਕਦਾ, ਇਹ ਤੋਂ ਬਾਅਦ ਉਹਨਾਂ ਦੀ ਪ੍ਰਮੋਸ਼ਨ ਹੋ ਕੇ 65 ਸਾਲ ਤੱਕ ਉਹ ਸੁਪਰੀਮ ਕੋਰਟ ਦੇ ਜੱਜ ਰਹਿ ਸਕਦੇ ਨੇ। ਟੈਲੀਵਿਜ਼ਨ ਦਾ ਆਵਿਸ਼ਕਾਰ ਕਿਸ ਨੇ ਕੀਆ ਥਾ? ਜਿਹੜਾ ਟੀਵੀ ਸਾਥੀਓ ਆਪਾਂ ਦੇਖਦੇ ਹਾਂ, ਇਹਦਾ ਆਵਿਸ਼ਕਾਰ ਕਿਹਨੇ ਕੀਤਾ? ਤਾਂ ਸਾਨੂੰ ਪਤਾ JL ਬੇਅਰਡ, JL ਬੇਅਰਡ ਜੀ ਦੁਆਰਾ ਟੀਵੀ ਦਾ ਆਵਿਸ਼ਕਾਰ ਕੀਤਾ ਗਿਆ। ਸੌਖਾ ਕੁਐਸਚਨ ਆ। ਜਲ ਮੇ ਘੁਲਨਸ਼ੀਲ ਵਿਟਾਮਿਨ ਕੌਣ ਸੇ ਹੈ? ਆਪਾਂ ਹੁਣੇ ਪੜ੍ਹ ਕੇ ਹਟੇ ਹਾਂ, ਤੁਸੀਂ ਆਨਸਰ ਦੇਣਾ। ਮੈਂ ਰੀਸੈਂਟ ਵੀਡੀਓ 'ਚ ਇਹੀ ਵੀਡੀਓ 'ਚ ਪਹਿਲਾਂ ਹੀ ਦੱਸ ਕੇ ਹਟੇ ਹਾਂ ਕਿ ਜਲ ਭਾਵ ਲਿਕੁਇਡ ਦੇ ਵਿੱਚ ਕਿਹੜੇ ਕਿਹੜੇ ਵਿਟਾਮਿਨ ਘੁਲ ਸਕਦੇ ਨੇ? ਤਾਂ 2 ਵਿਟਾਮਿਨ ਨੇ, B ਅਤੇ C। ਵਿਟਾਮਿਨ B ਅਤੇ ਵਿਟਾਮਿਨ C ਇਹ ਦੋਵੇਂ ਪਾਣੀ 'ਚ ਘੁਲਨਸ਼ੀਲ ਨੇ। ਅਤੇ ਇਹਦੇ ਉਲਟ ਕਿਹੜੇ ਵਿਟਾਮਿਨ ਵਸਾ ਵਾ ਫੈਟ ਠੋਸ 'ਚ ਘੁਲ ਸਕਦੇ ਨੇ? ਤਾਂ ਵਿਟਾਮਿਨ A, ਵਿਟਾਮਿਨ D, ਵਿਟਾਮਿਨ E ਅਤੇ ਵਿਟਾਮਿਨ K, ਇਹ ਚਾਰੇ ਵਿਟਾਮਿਨ ਠੋਸ ਦੇ ਵਿੱਚ ਘੁਲਣ ਵਾਲੇ ਵਿਟਾਮਿਨ ਨੇ। ਹੇਠਾਂ ਮੈਨੂੰ ਕਮੈਂਟ 'ਚ ਮੈਸੇਜ ਕਰਿਓ ਕਿ ਵਿਟਾਮਿਨ A ਦਾ ਕੈਮੀਕਲ ਨੇਮ, ਰਸਾਇਣਿਕ ਨੇਮ ਕੀ ਆ? ਵਿਟਾਮਿਨ A ਦਾ ਰਸਾਇਣਿਕ ਨਾਮ ਕੀ ਹੈ ਸਾਥੀਓ? ਅਗਲਾ ਕੁਐਸਚਨ ਆ, ਕਿਹੜੀ ਗੋਬਰ ਗੈਸ ਹੁੰਦੀ ਆ ਉਹ 'ਚ ਮੁੱਖ ਗੈਸ ਕਿਹੜੀ ਹੁੰਦੀ ਆ? ਗੋਬਰ ਗੈਸ ਮੇਂ ਮੁਖਿਆਤ ਕੌਣ ਸੀ ਗੈਸ ਹੈ? ਤਾਂ ਅਸੀਂ ਦੇਖਦੇ ਹਾਂ ਕਿ ਗੋਬਰ ਗੈਸ 'ਚ ਜਿਹੜੀ ਗੈਸ ਆ ਉਹ ਕਿਹੜੀ ਆ? ਮੀਥੇਨ ਗੈਸ ਹੁੰਦੀ ਆ। ਮੀਥੇਨ ਗੈਸ ਬਹੁਤ ਹੀ ਵਧੀਆ ਗੈਸ ਆ ਕਿਉਂਕਿ ਇਹਦਾ ਕੋਈ ਪ੍ਰਦੂਸ਼ਣ ਨਹੀਂ ਹੁੰਦਾ ਮੀਥੇਨ ਗੈਸ ਦਾ, ਅਤੇ ਇਹਦਾ ਕੈਮੀਕਲ ਫਾਰਮੂਲਾ CH4 ਹੁੰਦਾ। ਅਗਲਾ ਸਾਥੀਓ ਫਿਰ ਕੁਐਸਚਨ ਹਿਸਟਰੀ 'ਚੋਂ, गांधी जी किस गोलमेज सम्मेलन में भाग लेने के लिए लंदन गए थे? ਸਾਥੀਓ ਇੱਕ ਗੋਲਮੇਜ ਸੰਮੇਲਨ ਹੋਇਆ ਸੀਗਾ ਅੰਗਰੇਜ਼ਾਂ ਵੇਲੇ। ਕਾਰਨ ਕੀ ਸੀ ਕਿ 1919 ਦਾ ਇੱਕ ਕਾਨੂੰਨ ਆਇਆ ਸੀਗਾ ਜਿਹਦੇ ਵਿੱਚ ਵੋਟਾਂ ਜਿਹੜੀਆਂ ਸੀਗੀਆਂ ਉਹ ਧਰਮ ਦੇ ਬੇਸ 'ਤੇ ਕਰਤੀਆਂ ਸੀਗੀਆਂ ਕਿ ਧਰਮ ਦੇ ਬੇਸ 'ਤੇ ਵੋਟਾਂ ਹੋਣਗੀਆਂ। ਹਿੰਦੂ ਬੰਦਾ ਸਿਰਫ ਹਿੰਦੂ ਨੂੰ ਵੋਟ ਪਾਊਗਾ, ਮੁਸਲਿਮ ਬੰਦਾ ਸਿਰਫ ਮੁਸਲਿਮ ਨੂੰ ਵੋਟ ਪਾਊਗਾ, ਸਿੱਖ ਬੰਦਾ ਸਿਰਫ ਸਿੱਖਾਂ ਨੂੰ ਵੋਟ ਪਾਊਗਾ, ਈਸਾਈ ਨੂੰ ਪਾਊਗਾ, ਐਂਗਲੋ ਇੰਡੀਅਨ ਨੂੰ ਪਾਊਗਾ। ਜਿਹਦਾ ਸਾਡੇ ਕਾਂਗਰਸ ਪਾਰਟੀ ਜਾਂ ਬਾਕੀ ਪਾਰਟੀ ਨੇ ਬਹੁਤ ਵਿਰੋਧ ਕੀਤਾ ਸੀ। ਤਾਂ ਉਹਨੂੰ ਕੀ ਸੁਧਾਰ ਕੀਤਾ ਜਾਵੇ ਨਾ ਕੀਤਾ ਜਾਵੇ, ਇਹਦੇ ਲਈ ਗੋਲਮੇਜ ਅੰਦੋਲਨ ਹੋਇਆ ਸੀ ਲੰਦਨ ਦੇ ਵਿੱਚ। 2 ਗੋਲਮੇਜ ਅੰਦੋਲਨ ਹੋਏ ਨੇ। ਪਹਿਲੇ ਦੇ ਵਿੱਚ ਗਾਂਧੀ ਜੀ ਪ੍ਰੈਜ਼ੀਡੈਂਟ ਨਹੀਂ ਹੁੰਦੇ ਕਿਉਂਕਿ ਉਹਨਾਂ ਦਾ ਸਿਵਲ ਨਾ ਫਰਮਾਨੀ ਅੰਦੋਲਨ ਚੱਲ ਰਿਹਾ ਹੁੰਦਾ ਭਾਰਤ ਦੇ ਵਿੱਚ, ਪਰ ਬਾਅਦ ਦੇ ਵਿੱਚ ਅੰਗਰੇਜ਼ ਮਨਾਉਂਦੇ ਨੇ ਕਿ ਤੁਸੀਂ ਜਾਓ। ਤਾਂ ਦੂਜੇ ਅੰਦੋਲਨ ਦੇ ਵਿੱਚ ਗਾਂਧੀ ਜੀ ਗੋਲਮੇਜ ਦੇ ਲਈ ਲੰਦਨ ਦੇ ਵਿੱਚ ਜਾਂਦੇ ਨੇ। अगला क्वेश्चन है, किसने सबसे पहले पृथ्वी की परिधि ਹੁੰਦਾ ਪਰਿਮਾਪ। ਸਭ ਤੋਂ ਪਹਿਲਾਂ ਕਿਹੜਾ ਬੰਦਾ ਜਿਹਨੇ ਧਰਤੀ ਦਾ ਪਰਿਮਾਪ ਨੂੰ ਮਾਪਿਆ? ਤਾਂ ਅਸੀਂ ਦੇਖਦੇ ਹਾਂ ਕਿ
ਇਰੈਟੋਸਥਨੀਜ਼, ਇਹ ਸਾਇੰਟਿਸਟ ਹੋਏ ਨੇ ਇਰੈਟੋਸਥਨੀਜ਼ ਹੈ, ਇਹਨਾਂ ਨੇ ਸਭ ਤੋਂ ਪਹਿਲਾਂ ਮਾਪਿਆ ਕਿ ਧਰਤੀ ਦਾ ਜਿਹੜਾ ਪਰਿਮਾਪ ਆ ਉਹ ਕਿੰਨਾ। ਸਾਥੀਓ ਧਰਤੀ ਦਾ ਜਿਹੜਾ ਅਰਧ ਵਿਆਸ ਆ ਉਹ 6400 ਕਿਲੋਮੀਟਰ ਆ, ਅਰਧ ਵਿਆਸ 6400 ਆ। ਤੁਸੀਂ ਦੱਸੋ ਕਿ ਪਰਿਮਾਪ ਦਾ ਫਾਰਮੂਲਾ ਕੀ ਹੁੰਦਾ। ਪਰਿਮਾਪ ਦਾ ਫਾਰਮੂਲਾ 2πr ਹੁੰਦਾ। ਆਰ ਦੀ ਵੈਲਿਊ ਪੁੱਟ ਕੀਤੀ ਤਾਂ ਅਸੀਂ ਉਹ ਤੋਂ ਧਰਤੀ ਦਾ ਪਰਿਮਾਪ ਕੱਢ ਸਕਦੇ ਹਾਂ। अगला क्वेश्चन, भारत के राज चिन्ह में प्रयुक्त होने वाला शब्द सत्यामेव जयते किस उपनिषद से लिया गया है। साथियों ਜਿਹੜਾ सत्यामेव जयते ਆ, ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਸਾਥੀਓ ਇਹ ਗੱਲ ਸਿਰਫ ਬੋਲਣ ਵਾਸਤੇ ਨਹੀਂ, ਇਹ ਗੱਲ ਤੁਸੀਂ ਆਪਣੀ ਜ਼ਿੰਦਗੀ 'ਚ ਵੀ ਉਤਾਰਨੀ ਆ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਤਾਂ ਜ਼ਿੰਦਗੀ 'ਚ ਹਮੇਸ਼ਾ ਸੱਚੇ ਰਹਿਣਾ, ਸੱਚ ਦਾ ਸਾਥ ਦੇਣਾ। ਤਾਂ ਸੱਤਿਆਮੇਵ ਜਯਤੇ ਇਹ ਬਹੁਤ ਹੀ ਫੇਮਸ ਉਪਨਿਸ਼ਦ ਨੇ, ਮੁੰਡਕ ਉਪਨਿਸ਼ਦ। ਅਸੀਂ ਪੜ੍ਹਦੇ ਹਾਂ ਕਿਹੜੇ ਸਾਡੇ ਗ੍ਰੰਥ ਨੇ ਧਾਰਮਿਕ, ਉਹ ਵੇਦਾਂ 'ਚ ਉਪਨਿਸ਼ਦਾਂ ਦੇ ਵਿੱਚ ਵੰਡੇ ਹੋਏ ਨੇ। ਤਾਂ ਬਹੁਤ ਸਾਰੇ ਉਪਨਿਸ਼ਦ ਨੇ, ਗਾਤਰੋ ਉਪਨਿਸ਼ਦ, ਚੰਦੋ ਉਪਨਿਸ਼ਦ। ਤਾਂ ਉਵੇਂ ਇੱਕ ਉਪਨਿਸ਼ਦ ਨੇ ਮੁੰਡਕ ਉਪਨਿਸ਼ਦ। ਤਾਂ ਮੁੰਡਕ ਉਪਨਿਸ਼ਦ 'ਚੋਂ ਆਪਾਂ ਇਹ ਗੱਲ ਲਈ ਆ। ਅਗਲਾ ਕੁਐਸਚਨ, ਜਿਹੜੀ ਸੰਸਕ੍ਰਿਤ ਦੀ ਵਿਆਕਰਨ ਆ ਨਾ, ਉਹਨੂੰ ਅਸ਼ਟਅਧਿਆਈ ਕਹਿੰਦੇ ਨੇ। ਜਿਵੇਂ ਪੰਜਾਬੀ ਦੀ ਵਿਆਕਰਨ ਹੁੰਦੀ ਆ, ਕਿਵੇਂ ਸਿੱਖਣੀ ਆ, ਉਵੇਂ ਸੰਸਕ੍ਰਿਤ ਦੇ ਵਿਆਕਰਨ ਨੂੰ ਅਸ਼ਟਅਧਿਆਈ ਕਿਹਾ ਜਾਂਦਾ। ਕੁਐਸਚਨ ਇਹ ਆ ਕਿਹੜੀ ਅਸ਼ਟਅਧਿਆਈ ਆ, ਇਹਦੇ ਲੇਖਕ ਕੌਣ ਨੇ। ਅਸ਼ਟਅਧਿਆਈ ਦੇ ਲੇਖਕ ਕੌਣ ਨੇ ਸਾਥੀਓ। ਤਾਂ ਅਸੀਂ ਦੇਖਦੇ ਹਾਂ ਕਿ ਮਹਾਰਿਸ਼ੀ ਪਾਣਿਨੀ ਜੀ ਹੋਏ ਨੇ। ਮਹਾਰਿਸ਼ੀ ਪਾਣਿਨੀ ਜੀ ਅਸ਼ਟਅਧਿਆਈ ਦੇ ਕੀ ਨੇ, ਲੇਖਕ ਹੈਗੇ ਨੇ। ਅਗਲਾ ਕੁਐਸਚਨ, ਮੁਦਰਾ ਰਕਸ਼ਕ ਨਾਮਕ ਪੁਸਤਕ ਕਿਸ ਨੇ ਲਿਖੀ ਹੈ। ਬਹੁਤ ਹੀ ਵਧੀਆ ਕੁਐਸਚਨ, ਆਰਮੀ ਜਿਹੜੀ 'ਚ ਹਮੇਸ਼ਾ ਆਉਂਦਾ ਕਿ ਮੁਦਰਾ ਰਕਸ਼ਕ ਜਿਹੜੀ ਪੁਸਤਕ ਆ ਉਹਨੂੰ ਲਿਖਣ ਵਾਲੇ ਕੌਣ ਨੇ। ਤਾਂ ਅਸੀਂ ਦੇਖਦੇ ਹਾਂ ਕਿ ਮਹਾਰਿਸ਼ੀ ਵਿਸ਼ਾਖ ਦੱਤ ਜੀ ਹੋਏ ਨੇ। ਮਹਾਰਿਸ਼ੀ ਵਿਸ਼ਾਖ ਦੱਤ ਜੀ ਦੁਆਰਾ ਇਹ ਜਿਹੜੀ ਬੁੱਕ ਆ ਮੁਦਰਾ ਰਕਸ਼ਕ, ਇਹ ਕੀ ਆ, ਲਿਖੀ ਗਈ ਆ। ਅਗਲਾ ਕੁਐਸਚਨ, ਨਾਲੰਦਾ ਵਿਸ਼ਵ ਵਿਦਿਆਲਿਆ की स्थापना किसने की। ਬਹੁਤ ਹੀ ਫੇਮਸ ਨਾਲੰਦਾ ਵਿਸ਼ਵ ਵਿਦਿਆਲਿਆ ਸਾਥੀ ਹੋਇਆ। ਦੁਨੀਆ ਦਾ ਸਭ ਤੋਂ ਪੁਰਾਣਾ ਯੂਨੀਵਰਸਿਟੀ ਜੇ ਕੋਈ ਹੈ ਤਾਂ ਨਾਲੰਦਾ। ਇਹ ਇੰਪੋਰਟੈਂਟ ਆ ਕਿਉਂਕਿ ਜਦੋਂ ਢਾਹ ਦਿੱਤੀ ਗਈ ਨਾ ਤਾਂ ਬਿਲਕੁਲ ਹੂਬਹੂ ਹੁਣੇ ਸੈਂਟਰ ਗਵਰਨਮੈਂਟ ਮੋਦੀ ਜੀ ਦੁਆਰਾ ਇਹਦਾ ਇਨੋਗਰੇਸ਼ਨ ਕੀਤਾ ਗਿਆ। ਜਿਵੇਂ ਇਹ ਪੁਰਾਣੀ ਸੀਗੀ ਬਿਲਕੁਲ ਉਹਦੇ ਨਾਲ ਦੀ ਬਿਲਡਿੰਗ ਜਮਾਂ ਨਾਲ ਪਾਤੀ ਉਹਨਾਂ ਦੇ। ਤਾਂ ਪੁਰਾਣਾ ਇਤਿਹਾਸ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਦੁਆਰਾ। ਤਾਂ ਜਿਹੜੀ ਨਾਲੰਦਾ ਵਿਸ਼ਵ ਵਿਦਿਆਲਿਆ ਇਹ ਬਣਾਈ ਕੀ ਨਹੀਂ ਸੀ, ਤਾਂ ਗੁਪਤਾ ਵੰਸ਼ ਦੇ ਰਾਜੇ ਹੋਏ ਨੇ ਕੁਮਾਰ ਗੁਪਤ। ਗੁਪਤਾ ਵੰਸ਼ ਦੇ ਰਾਜੇ ਹੋਏ ਨੇ ਕੁਮਾਰ ਗੁਪਤ, ਉਹਨਾਂ ਦੁਆਰਾ ਇਹਦੀ ਰਚਨਾ ਕੀਤੀ ਗਈ ਸੀ। ਮੇਰਾ ਅਗਲਾ ਕੁਐਸਚਨ ਆ, ਕਮੈਂਟ 'ਚ ਆਨਸਰ ਕਰਨਾ ਕਿ ਗੁਪਤਾ ਵੰਸ਼ ਦੇ ਸੰਸਥਾਪਕ ਕੌਣ ਥੇ। ਤੁਹਾਨੂੰ ਪੇਪਰ 'ਚ ਕੁਐਸਚਨ ਆਊਗਾ ਕਿ ਗੁਪਤਾ ਵੰਸ਼ ਦਾ ਸੰਸਥਾਪਕ ਕੌਣ ਸੀ। आंसर तुसी मैनू कमेंट बॉक्स च दसना। विश्व का सबसे बड़ा कॉफ़ी उत्पादक देश कौन सा है। किहड़ा देश आ जिहड़ा सब तो वध कॉफ़ी पैदा करदा, तां उत्तर आऊगा ब्राज़ील। ब्राज़ील साउथ अमेरिका कॉन्टीनेंट दे विच एक देश आउंदा ब्राज़ील। तां ब्राज़ील जिहड़ा देश आ इत्थे कॉफ़ी पैदा कीती जांदी साथियों। भारत भी बहुत ही वड्डा चाह दा उत्पादक आ। अंग्रेज़ां ने उत्थों ही चाह हालांकि अपने पैदा नहीं हुंदी, तां कॉफ़ी दीयां जिहड़ियां अज कॉफ़ी भी अपने भारत च पैदा हुंदियां ना, ਤਾਂ ਕੌਫੀ ਦੀਆਂ ਜਿਹੜੀਆਂ ਜੜ੍ਹਾਂ ਨੇ ਉਹ ਆਪਾਂ ਬ੍ਰਾਜ਼ੀਲ ਤੋਂ ਲੈ ਕੇ ਆਏ ਸੀ। ਅੰਗਰੇਜ਼ਾਂ ਦੁਆਰਾ ਲਾਈਆਂ ਹੋਈਆਂ ਨੇ, ਉਹ ਉਸ ਟਾਈਮ ਦੀਆਂ ਦੈਟ ਇਜ਼ ਕਿ ਚੱਲੀਆਂ ਆਉਂਦੀਆਂ ਨੇ ਭਾਰਤ ਦੇ ਵਿੱਚ। ਅਗਲਾ ਕੁਐਸਚਨ ਬਹੁਤ ਵਧੀਆ, ਦੁਧਵਾ ਰਾਸ਼ਟਰੀ ਉਦਿਆਨ ਕਹਾਂ ਸਥਿਤ ਹੈ। ਦੁਧਵਾ ਨੈਸ਼ਨਲ ਪਾਰਕ ਭਾਰਤ ਵਿੱਚ ਕਿੱਥੇ ਹੈਗਾ। ਬਹੁਤ ਹੀ ਵਧੀਆ ਕੁਐਸਚਨ ਆ। ਤਾਂ ਯੂਪੀ ਦੇ ਵਿੱਚ ਦੁਧਵਾ ਨੈਸ਼ਨਲ ਪਾਰਕ ਪਾਇਆ ਜਾਂਦਾ। किस तापमान पर जल का घनत्व अधिकतम होता है। तो किहड़ा टैंपरेचर आ जिथे पानी की डेंसिटी सब तो ज़्यादा होंदी आ। डेंसिटी होंदी है घनता भाव मास बटा वॉल्यूम। तो सब तो ज़्यादा घनता कित्थे होंदी आ। कारण तो इहदा समझाउण वाला पर तुहाडे वास्ते काम की गल नहीं। तुसीं उत्तर याद रखना कि 4 डिग्री सैल्सीअस ते सब तो ज़्यादा घनता पानी की पाई जाती है। अगला क्वेश्चन, बैरोमीटर साथियों एक तुहानूं पता यंत्र हुंदा जिहड़ा कि प्रैशर मापन लई, दबाव मापन लई वरतिया जांदा। तां जब बैरोमीटर का पारा अचानक गिर जाए
तो यह किस बात का संकेत होता है? जेकर बैरोमीटर ਦਾ ਪਾਰਾ ਡਿੱਗ ਪੈਂਦਾ, ਪ੍ਰੈਸ਼ਰ ਕਹਿਣ ਦਾ ਮਤਲਬ ਘਟ ਜਾਂਦਾ, ਤਾਂ ਇਹ ਕੀ ਦੱਸਦਾ? ਤਾਂ ਇਹ ਦੱਸਦਾ ਜਦੋਂ ਪ੍ਰੈਸ਼ਰ ਘਟਦਾ ਹੋਵੇ ਸਾਥੀਓ, ਇਹਦਾ ਮਤਲਬ ਮੀਂਹ ਆਊਗਾ। ਜੇਕਰ ਪ੍ਰੈਸ਼ਰ ਘਟ ਗਿਆ ਤਾਂ ਮੀਂਹ ਆਉਂਦਾ, ਪ੍ਰੈਸ਼ਰ ਵੱਧ ਗਿਆ ਤਾਂ ਮੌਸਮ ਸਾਫ਼ ਰਹਿੰਦਾ ਹੁੰਦਾ। ਬਸ ਇਨਡਾਇਰੈਕਟਲੀ ਕੁਐਸਚਨ ਕੀ ਆ, ਜਦੋਂ ਬੈਰੋਮੀਟਰ ਦਾ ਪਾਰਾ ਗਿਰ ਗਿਆ ਇਹਦਾ ਮਤਲਬ ਪ੍ਰੈਸ਼ਰ ਘਟ ਗਿਆ, ਜੇ ਪ੍ਰੈਸ਼ਰ ਘਟ ਗਿਆ ਤਾਂ ਆਪਣੇ ਕੀ ਆਊਗਾ? ਮੀਂਹ ਆਊਗਾ। ਆਲਾ ਕੁਐਸਚਨ ਦੇ ਨਾਲ ਦਾ ਹੀ बैरोमीटर से क्या मापा जाता है? तो हुणे पढ़ के हटे हैं, हवा का दबाव, वायु दाब बैरोमीटर से मापा जाता है। शतरंज का जन्मदाता किसे कहा जाता है? जी शतरंज गेम आ ना, चैस, तुहानूं पता अज क्वेश्चन आ मेरा, चैस किहड़े देश की नैशनल गेम आ? तो चैस रशिया की नैशनल गेम आ। उही रशिया जिहदी अजकल लड़ाई चल रही है यूक्रेन नाल। तुसीं पेपर फौज देना, हल्का फुल्का तुहानूं पता होना चाहिए रशिया तो यूक्रेन बारे। ध्यान रखना, रशिया के राष्ट्रपति का नाम की है? व्लादिमीर पुतिन। तो यूक्रेन के राष्ट्रपति का नाम की है? येलेंस्की। तीजी गल, यूक्रेन की राजधानी की है? कीव। तो रशिया की राजधानी की हैगी? मॉस्को। तो अगली गल, रशिया की राजधानी जी करंसी और रूबल आ साथियों, समझे गल नूं? तो यही जिहियां गल्लां बातां पढ़ो, क्योंकि अजकल करंट चल रहा फौज का काम आ, तो फौज वाले ये जो क्वेश्चन कढ़ लेंदे हुंदे ने। चलो बैक टू क्वेश्चन, शतरंज का जन्मदाता किसे कहा जाता है? तो साथियों भारत विच जिहड़ी शतरंज की गेम आ, चैस की गेम है, भारत विच पैदा हुई आ, तो भारत नूं शतरंज का जन्मदाता कहा जाता है। अगला क्वेश्चन, मानव शरीर में रक्त का थक्का भाव ब्लड क्लॉट, ब्लड का जमना किस विटामिन से बनता है? तो किहड़ी चीज़ जिहड़ी विटामिन नूं जमाउंदी आ? तो असीं देखते हैं कि विटामिन के की करदा गा, उहनूं ब्लड नूं क्लॉट करन दा काम करदा। अगला क्वेश्चन बहुत वधिया, भोपाल गैस त्रासदी में साढ़े ना 1984 ਦੇ ਵਿੱਚ भोपाल गैस ट्रैजेडी हो गई सी। भोपाल ਦੇ ਵਿੱਚ ਇੱਕ फर्टिलाइजर भाव रसायना की की सी फैक्ट्री सी, वो चो गैस निकल गई सी, तो ਜਿਹੜੇ ਬੰਦੇ ਨੂੰ गैस सूंघी ਉਹਦੀ ਨਾਲ ਦੀ ਨਾਲ ਕੀ ਹੋ ਗਈ? मौत हो गई। तो क्वेश्चन ये ਕਿਹੜੀ गैस निकली सी भोपाल गैस ट्रैजेडी चों? तो गैस का नाम रखना बहुत पेपर 'ਚ आया, ये हैगी मिथाइल आइसोसाइनाइट। तो मिथाइल आइसोसाइनेट या साइनाइट ये गैस निकली सी, ਜਿਹਨੂੰ सूंघ के बहुत लोगों की की हो गई सी? मौत हो गई सी। अगला क्वेश्चन साथियों, सोना ਆਪਾਂ क्यों पाउने आ? क्योंकि क्रिया नहीं करता, ਜਿਹੋ ਜਿਹਾ ਹੈਗਾ ਉਵੇਂ ਹੀ ਰਹਿੰਦਾ ਗਾ, ਲੋਹੇ ਵਾਂਗੂ ਇਹ ਕਿਰਿਆ ਕਰਕੇ ਜਰ ਨਹੀਂ ਲੱਗਦੀ ਇਹਨੂੰ। ਤਾਂ ਪਰੰਤੂ ਫਿਰ ਵੀ ਸੋਨੇ ਇੱਕ ਅਮਲ ਆਉਂਦਾ ਹੈ ਜਾਂ ਜਿਹ 'ਚ ਘੁਲ ਜਾਂਦਾ, ਐਸਿਡ ਆਉਂਦਾ ਜਿਹ 'ਚ ਘੁਲ ਜਾਂਦਾ। ਤਾਂ ਕਿਹੜੇ ਐਸਿਡ 'ਚ ਸੋਨਾ ਘੁਲਦਾ? ਆਮ ਤੌਰ 'ਤੇ ਸੋਨਾ ਘੁਲਦਾ ਨਹੀਂ, ਪਰੰਤੂ ਫਿਰ ਵੀ ਇੱਕ ਐਸਿਡ ਹੈਗਾ ਜੋ ਇਹਨੂੰ ਘੋਲ ਦਿੰਦਾ, ਉਹਦਾ ਨਾਂ ਹੈਗਾ ਅਮਲਰਾਜ। ਇਹ ਹਿੰਦੀ 'ਚ ਆ ਅਤੇ ਇੰਗਲਿਸ਼ 'ਚ ਸਾਇੰਸ 'ਚ ਇਹਨੂੰ ਐਕੁਆ ਰਾਜੀਆ ਕਹਿੰਦੇ ਨੇ। ਐਕੁਆ ਰਾਜੀਆ ਇੱਕ ਘੋਲ ਹੁੰਦਾ ਜਿਹਦੇ ਵਿੱਚ ਸੋਨਾ ਵੀ ਘੁਲ ਜਾਂਦਾ, ਅਤੇ ਹਿੰਦੀ 'ਚ ਇਹਨੂੰ ਅਮਲ ਰਾਜ ਕਹਿੰਦੇ ਨੇ, ਕਿਉਂਕਿ ਸੋਨੇ ਨੂੰ ਘੋਲ ਲਿਆ ਤਾਂ ਕਰਕੇ ਇਹਨੂੰ ਅਮਲ ਰਾਜ ਕਿਹਾ ਜਾਂਦਾ। ਅਗਲਾ ਕੁਐਸਚਨ ਥੋੜ੍ਹਾ ਜ਼ਿਆਦਾ ਸਾਇੰਸ 'ਚ ਆ, ਤੁਹਾਨੂੰ ਇਹੋ ਜਿਹੇ ਕੁਐਸਚਨ ਵੈਸੇ ਘੱਟ ਆਉਂਦੇ ਨੇ। ਇਹ +2 'ਚ ਆਉਂਦਾ ਐਕੁਆ ਰਾਜੀਆ। ਐਕੁਆ ਰਾਜੀਆ 2 ਅਮਲਾਂ ਤੋਂ ਮਿਲ ਕੇ ਬਣਦਾ, ਉਹਦੀ ਮਾਤਰਾ 3:1 ਹੁੰਦੀ ਆ। ਤੁਹਾਡੇ ਵਾਸਤੇ ਕੋਈ ਗੱਲ ਨਹੀਂ, ਤੁਸੀਂ ਬਸ ਇਹ ਰੱਖਣਾ ਵੀ ਕਿਹੜੇ ਅਮਲਾਂ ਤੋਂ ਮਿਲ ਕੇ ਐਕੁਆ ਰਾਜੀਆ ਬਣਦਾ, ਅਮਲ ਰਾਜ ਬਣਦਾ। ਤਾਂ 2 ਨੇ HCl, ਹਾਈਡਰੋਕਲੋਰਿਕ ਐਸਿਡ ਅਤੇ ਨਾਈਟ੍ਰਿਕ ਐਸਿਡ। ਨਾਈਟ੍ਰਿਕ ਐਸਿਡ HNO3 ਅਤੇ HCl, ਇਹਨਾਂ ਦੋਹਾਂ ਤੋਂ ਮਿਲ ਕੇ ਸਾਡਾ ਕੀ ਬਣਦਾ ਗਾ? ਐਕੁਆ ਰਾਜੀਆ ਬਣਦਾ। ਅੱਗੇ ਚੱਲਦੇ ਸਾਥੀਓ, श्रीनगर शहर की स्थापना किसके द्वारा की गई? ਜਿਹੜਾ श्रीनगर शहर है ये राजधानी है जम्मू कश्मीर की। तो जम्मू कश्मीर की राजधानी श्रीनगर की शहर की स्थापना किसके द्वारा की गई? तो राजा अशोक द्वारा। पुराना जे श्रीनगर देखो तो ही बहुत बड़ा केंद्र आ बोधियां का, बुद्ध धर्म का बहुत ही बड़ा केंद्र आ। पुराने बोधी मंदिर सानू देखने को मिलते हैं श्रीनगर च। परंतु जिमें जिमें हौली हौली अपने मध्यकालीन भारत आया तो मुस्लिम राजे आए तो हौली हौली वो लोग की चेंज होंदे गए, परंतु पुराने समय के जोड़े लोग ने बोधी लोग नहीं होते। ऑक्सीजन की खोज किस ने की? ऑक्सीजन गैस की खोज
ਜਿਹੜੀ ਆਪਾਂ ਸਾਹ ਲੈਣ 'ਚ ਵਰਤਦੇ ਹਾਂ O2, ਇਹਦੀ ਖੋਜ ਕਿਹਨੇ ਕੀਤੀ ਆ? ਤਾਂ ਵਿਗਿਆਨੀ ਦਾ ਹੈਗਾ ਪ੍ਰੀਸਟਲੇ ਦੁਆਰਾ ਆਕਸੀਜਨ ਗੈਸ ਦੀ ਖੋਜ ਕੀਤੀ ਗਈ ਆ। ਅੱਗੇ ਕੁਐਸਚਨ ਆ, ਜਿਹੜਾ ਪੈਨ ਆਪਾਂ ਵਰਤਦੇ ਹਾਂ फाउंटेन पेन के आविष्कारक कौन थे? ਜਿਹੜਾ ਆਪਾਂ ਬੋਲ ਪੈਨ ਵਰਤਦੇ ਹਾਂ ਇਹਦੀ ਖੋਜ ਕਿਹਨੇ ਕੀਤੀ ਆ? ਤਾਂ ਇਹਦਾ ਨਾਂ ਹੈਗਾ ਵਾਟਰਮੈਨ ਕੰਪਨੀ ਵੀ ਆ ਬਹੁਤ ਪੁਰਾਣੀ ਫਾਊਂਟੇਨ ਪੈਨਾਂ ਦੀ, ਉਹ ਇਹਨਾਂ ਦੇ ਨਾਂ 'ਤੇ ਹੀ ਬਣੀ ਹੋਈ ਆ। ਅੱਜ ਕੱਲ੍ਹ ਤਾਂ ਹੋਰ ਬਹੁਤ ਆ ਗਈਆਂ, ਪਰੰਤੂ ਬਹੁਤ ਜਿਹੜੀ ਫੇਮਸ ਕੰਪਨੀ ਵਾਟਰਮੈਨ ਆ, ਅਤੇ ਇਹ ਜਿਹੜੇ ਦੂਜੇ ਪੈਨ ਹੁੰਦੇ ਨੇ ਇੰਕ ਵਾਲੇ ਉਹ ਪੈਨ ਬਣਾਉਂਦੀ ਆ। एल्बर्ट आइंस्टाइन को किस खोज के लिए 1921 में नोबल पुरस्कार सम्मानित किया गया? ਤਾਂ ਸਾਥੀਓ ਐਲਬਰਟ ਆਇਨਸਟਾਈਨ ਬਹੁਤ ਹੀ ਫੇਮਸ ਵਿਗਿਆਨੀ ਨੇ, ਪਹਿਲੀ ਗੱਲ ਤਾਂ ਇਹ ਰੱਖਣਾ। 1921 ਦੇ ਵਿੱਚ ਉਹਨਾਂ ਨੂੰ ਦੁਨੀਆ ਦਾ ਸਭ ਤੋਂ ਵੱਡਾ ਅਵਾਰਡ ਨੋਬਲ ਪ੍ਰਾਈਜ਼ ਦਿੱਤਾ ਗਿਆ ਸੀ। ਕਿਹਦੀ ਖੋਜ ਦੇ ਵਿੱਚ? ਤਾਂ ਅਸੀਂ ਦੇਖਦੇ ਹਾਂ ਕਿ ਫਿਜ਼ਿਕਸ ਇੱਕ ਸਬਜੈਕਟ ਆ ਸਾਇੰਸ ਦਾ, ਉਹਦੇ ਵਿੱਚ ਨੋਬਲ ਪ੍ਰਾਈਜ਼ ਮਿਲਿਆ ਸੀਗਾ। ਉਹਨਾਂ ਨੇ ਜਿਹੜੀਆਂ ਕਿਰਨਾਂ ਆ ਰਹੀਆਂ ਨੇ, ਰੌਸ਼ਨੀ ਆ ਰਹੀ ਆ, ਇਹਨਾਂ 'ਚ ਕਿੰਨੀ ਊਰਜਾ ਹੁੰਦੀ ਆ ਉਹਦੀ ਗੱਲ ਕੀਤੀ ਸੀ, ਜਿਹਨੂੰ ਹਿੰਦੀ 'ਚ ਪ੍ਰਕਾਸ਼ ਵੈਦਯੁਤ ਪ੍ਰਭਾਵ ਇਹ ਕਿਹਾ ਜਾਂਦਾ। ਅਤੇ ਇਹਨਾਂ ਨੇ ਇਕੁਏਸ਼ਨ ਕੱਢੀ ਸੀ E ਬਰਾਬਰ ਆ mc²। M ਭਾਵ ਮਾਸ, C ਕੀ ਆ? ਰੌਸ਼ਨੀ ਦੀ ਗਤੀ। ਜੇ ਗੁਣਾ ਕਰ ਦਿਓਗੇ ਤੁਹਾਨੂੰ ਪਤਾ ਲੱਗ ਜੂਗਾ ਵੀ ਕਿੰਨੀ ਊਰਜਾ ਜਿਹੜੀ ਆ ਲਾਈਟ ਆਪਣੇ ਪੈਂਦੀ ਹੈ, ਕਿੰਨੀ ਊਰਜਾ ਆਪਾਂ ਨੂੰ ਦੱਸਦੀ ਆ। ਤਾਂ ਬਹੁਤ ਵੱਡੀ ਖੋਜ ਸੀਗੀ ਉਸ ਟਾਈਮ 'ਤੇ, ਅੱਜ ਵੀ ਬਹੁਤ ਵੱਡੀ ਖੋਜ ਆ ਇਹ, ਤਾਂ ਕਰਕੇ ਉਹਨਾਂ ਨੂੰ ਕੀ ਮਿਲਿਆ? ਨੋਬਲ ਪ੍ਰਾਈਜ਼ ਮਿਲਿਆ। ਚਲੋ ਸਾਥੀਓ, ਅੱਜ ਵਾਸਤੇ ਇੰਨਾ ਹੀ ਹੈ। ਇਹਨੂੰ ਚੰਗੀ ਤਰ੍ਹਾਂ ਪੜ੍ਹੋ, ਇਹਦੇ ਨੋਟਸ ਬਣਾਇਓ, ਅਤੇ ਵੀਡੀਓ ਕਿਵੇਂ ਲੱਗੀ ਕਿਰਪਾ ਕਰਕੇ ਮੈਸੇਜ ਕਰਿਓ ਅਤੇ ਅੱਗੇ ਸ਼ੇਅਰ ਕਰਿਓ। ਧੰਨਵਾਦ ਜੀ।